ਕੰਪਨੀ ਬਹੁਤ ਧੱਕਾ ਕਰਦੀ ਹੈ। ਪਿੱਛੇ ਜੇ ਮੇਰਾ ਜਦੋਂ ਐਕਸੀਡੈਂਟ ਹੋਇਆ ਸੀ ਤੇ ਮੈਂ ਕੰਪਨੀ ਦੇ ਚੈਟ ਸਪੋਰਟ ਤੇ ਗੱਲਬਾਤ ਕੀਤੀ ਤੇ ਕੰਪਨੀ ਪਤਾ ਕੀ ਕਹਿ ਰਹੀ ਹੈ कि सर आप ऑर्डर डिटेल पर कर दोगे। चाहे बारिश हो चाहे सर्दी हो चाहे हर मौसम में हम अपनी खुद की रोटी छोड़ के लोगों के पास ऑर्डर देने जाते हैं क्योंकि हमें भी पता है उनको ज़रूरत है इसी समय पे हम ऑर्डर दें। ਇਹ ਜਿਹੜੇ ਤੁਸੀਂ ਨੌਜਵਾਨ ਲੜਕੇ ਦੇਖ ਰਹੇ ਹੋ ਨਾ ਜੀ, ਇਹ ਲੜਕੇ ਕੋਈ ਗੁੰਡੇ ਬਦਮਾਸ਼ ਨਹੀਂ ਹੈਗੇ, ਉਹ ਨਾ ਹੀ ਇਹ ਕਿਸੇ ਜਗ੍ਹਾ ਦੇ ਉੱਤੇ ਕਬਜ਼ਾ ਕਰਨ ਆਏ ਨੇ। ਆ ਪਿੱਛੇ ਦੇਖੋ ਇਹਨਾਂ ਦੇ ਮੋਟਰਸਾਈਕਲ ਕਿਸ ਤਰੀਕੇ ਨਾਲ ਖੜੇ ਨੇ। ਇਹ ਵਿਚਾਰੇ ਲੜਕੇ ਹੈਗੇ ਨੇ ਜੀ ਜਮੈਟੋ ਦੇ, ਔਰ ਜਿਹੜੇ ਹਿਸਾਬ ਦੇ ਨਾਲ ਪੈਟਰੋਲ ਦੇ ਰੇਟ 100 ਰੁਪਏ ਹੋ ਗਏ ਨੇ, ਇਹ ਵਿਚਾਰੇ ਇੱਥੇ ਆਪਣੀਆਂ ਮੰਗਾਂ ਮੰਗਵਾਉਣ ਵਾਸਤੇ ਆਏ ਨੇ ਕੰਪਨੀ ਦੇ ਕੋਲ। 7 ਦਿਨਾਂ ਤੋਂ ਜੀ ਇਹ ਲੜਕੇ ਆਪਣਾ ਇੱਥੇ ਬੈਠੇ ਨੇ, ਔਰ ਇਹਨਾਂ ਦੇ ਵਿੱਚੋਂ ਦੀ ਕਈ ਲੜਕੇ ਤਾਂ ਇਸ ਤਰ੍ਹਾਂ ਦੇ ਨੇ ਜਿਹੜੇ ਕਿ ਕਿਸਾਨ ਨੇ। ਤੁਸੀਂ ਹਿਸਾਬ ਲਗਾ ਲਓ ਜੀ, ਪਿਓ ਬੈਠਾ ਦਿੱਲੀ ਉੱਥੇ ਧਰਨਿਆਂ ਤੇ ਉਹਨਾਂ ਦੇ ਨੌਜਵਾਨ ਲੜਕੇ ਆਪਣਾ ਇੱਥੇ ਬੈਠੇ ਨੇ। ਔਰ ਮੈਂ ਇੱਕ ਢਾਬੇ ਵਾਲਾ, ਹੋਟਲ ਵਾਲਾ, ਔਰ ਮੇਰਾ ਨਾਂ ਚੱਲਦਾ ਇਲਾਕੇ ਦੇ ਵਿੱਚ, ਔਰ ਸਾਡੇ ਕੋਲੋਂ ਦੀ ਜਮੈਟੋ ਵਾਲੇ 28% ਲੈਂਦੇ ਨੇ। ਮੈਂ ਤਾਂ ਕਹਿੰਦਾ ਜੀ ਤੁਸੀਂ ਹੋਟਲਾਂ ਵਾਲਿਆਂ ਦੇ ਕੋਲੋਂ ਦੀ ਫालतू ਲੈ ਲਓ, 30 ਪੈਸੇ ਲੈ ਲਓ, 35% ਲੈ ਲਓ, ਪਰ ਜਿਹੜੇ ਵਿਚਾਰੇ ਗਰੀਬ ਨੇ ਨਾ, ਔਰ ਤੁਸੀਂ ਹਿਸਾਬ ਲਗਾ ਲਓ ਜੀ ਇਹਨਾਂ ਦੇ ਵਿੱਚ ਕੋਈ MA ਪੜ੍ਹਿਆ ਹੋਇਆ, ਕੋਈ BA ਪੜ੍ਹਿਆ ਹੋਇਆ, ਔਰ ਸਾਡੇ ਦੇਸ਼ ਦੇ ਹਾਲਾਤ ਇਹ ਨੇ ਕਿ ਇਹ ਵਿਚਾਰੇ ਮਹੀਨੇ ਦਾ ਮੇਰੇ ਖਿਆਲ ਦੇ ਵਿੱਚ 12-12 13-13 ਹਜ਼ਾਰ ਰੁਪਇਆ ਕਮਾਉਂਦੇ ਨੇ, ਔਰ ਇਹ ਇੱਥੇ ਆਪਣੀਆਂ ਮੰਗਾਂ ਦੇ ਵਾਸਤੇ ਇੱਥੇ ਬੈਠੇ ਨੇ। ਤੁਸੀਂ ਹਿਸਾਬ ਲਗਾ ਲਓ ਜੀ, ਕੋਈ ਦੀਵਾਲੀ ਹੋਵੇ, ਕੋਈ ਦੁਸ਼ਹਿਰਾ ਹੋਵੇ, ਕੋਈ ਤਿਉਹਾਰ ਹੋਵੇ, ਹਰ ਇੱਕ ਬੰਦਾ ਸਵੇਰੇ ਸਵੇਰੇ ਉੱਠ ਕੇ ਆਪਣਾ ਕੋਈ ਲੈਪਟਾਪ ਲੈ ਕੇ ਜਾਂਦਾ ਕਿਸੇ ਕੰਮ ਵਾਸਤੇ, ਕਿਸੇ ਦੇ ਹੱਥ ਦੇ ਵਿੱਚ ਟੈਚੀ ਫੜਿਆ ਹੁੰਦਾ ਹੈ, ਕਿਸੇ ਦੇ ਹੱਥ ਦੇ ਵਿੱਚ ਕੋਈ ਬੈਗ ਫੜਿਆ ਹੁੰਦਾ ਹੈ, ਔਰ ਇਹਨਾਂ ਨੇ ਵਿਚਾਰਿਆਂ ਨੇ ਸਵੇਰੇ ਸਵੇਰੇ ਔਰ ਰੋਟੀ ਵਾਲਾ ਝੋਲਾ ਫੜਿਆ ਹੁੰਦਾ ਜਿਹੜਾ ਕਿ ਤੁਹਾਡੇ ਘਰ ਦੇ ਵਿੱਚ ਗਰਮ ਗਰਮ ਰੋਟੀ ਪਹੁੰਚਾਉਂਦਾ। ਇਹ ਹਿਸਾਬ ਲਗਾ ਲਓ। कहते दीवाना आदमी को बनाती हैं रोटियां, क्या क्या नाच नचाती हैं रोटियां, खुद नाचती औरों को नचाती हैं रोटियां। और मैं देखो जी, मैं घट तो घट भी 8-9 साल ड्राइवरी की है, ट्रक चलाया मैं, और तुसी भी एक तरीके से ड्राइवर ही हो, ਜਿਹੜੇ ਵਿਚਾਰੇ ਸਵੇਰੇ ਉੱਠ ਕੇ ਆਪਣਾ ਤੇਲ ਵੀ ਆਪ ਪਾਉਣਾ। ਜੇ ਰਾਹ ਦੇ ਵਿੱਚ ਕੋਈ ਐਕਸੀਡੈਂਟ ਹੋ ਜਾਏ, ਮੈਨੂੰ ਆ ਮੁੰਡਾ ਰੁਪਿੰਦਰ ਮੈਨੂੰ ਦੱਸ ਰਿਹਾ ਸੀਗਾ ਆਪਣੀਆਂ ਸਾਰੀਆਂ ਮੁਸ਼ਕਲਾਂ। ਰਾਹ ਦੇ ਵਿੱਚ ਕੋਈ ਐਕਸੀਡੈਂਟ ਹੋ ਜਾਏ, ਕੋਈ ਕੰਪਨੀ ਤੁਹਾਨੂੰ ਕੁਛ ਨਹੀਂ ਦਿੰਦੀ, ਕੋਈ ਤੁਹਾਡਾ ਮੋਟਰਸਾਈਕਲ ਖਰਾਬ ਹੋ ਜਾਵੇ ਤਾਂ ਵੀ ਕੁਛ ਨਹੀਂ ਮਿਲਦੀ ਹੈ, ਉਲਟਾ ਸਾਰੇ ਪੈਸੇ ਤੁਸੀਂ ਦਿੰਦੇ ਹੋ। ਸੋ ਮੈਨੂੰ ਇੱਕ ਬੰਦਾ ਕਹਿ ਰਿਹਾ ਸੀਗਾ, ਮੈਨੂੰ ਕਹਿੰਦਾ ਯਾਰ ਤੂੰ ਕਿੱਥੇ ਚੱਲਿਆ? ਮੈਂ ਕਿਹਾ ਮੈਂ ਚੱਲਿਆ ਹੁਣ ਆਪਣਾ ਉਹਨਾਂ ਦੇ ਹੱਕ ਦੇ ਵਿੱਚ ਆਵਾਜ਼ ਚੱਕਣ ਵਾਸਤੇ, ਜਮੈਟੋ ਵਾਲਿਆਂ ਦੇ। ਮੈਨੂੰ ਕਹਿੰਦਾ ਉਹਨਾਂ ਕੋਲ ਨਾ ਜਾਈ, ਮੈਂ ਉੱਥੇ ਕੱਲ੍ਹ ਨੂੰ ਕਿਤੇ ਤੇਰੇ ਵਾਲੇ ਹੋਟਲ ਦੇ ਵਿੱਚ ਨਾ ਕਿਤੇ ਪੰਗਾ ਪੁੰਗਾ ਖੜਾ ਕਰਕੇ ਬਹਿ ਜਾਣ, ਕੱਲ੍ਹ ਨੂੰ ਤੇਰਾ ਕੋਈ ਆਰਡਰ ਆਏਗਾ ਅਤੇ ਉਹਨਾਂ ਨੇ ਫਿਰ ਆਪਣਾ ਡਿਸਪਲੇ ਵੀ ਨਹੀਂ ਕਰਨਾ ਹੈਗਾ। ਮੈਂ ਕਿਹਾ ਮੈਂ ਧਾਰ ਤੇ ਨਹੀਂ ਮਾਰਦਾ ਇਹੋ ਜਿਹੀ ਕੰਪਨੀਆਂ ਨੂੰ, ਜਮੈਟੋ ਜਮੂਟੋ, ਸਾਨੂੰ ਲੋੜ ਨਹੀਂ ਹੈ ਇਹਨਾਂ ਕੰਪਨੀਆਂ ਦੀ। ਔਰ ਮੈਂ ਤਾਂ ਇਹ ਵੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਹੋਟਲ ਵਾਲੇ ਨੇ ਇਹਨਾਂ ਦਾ ਬਾਈਕਾਟ ਕਰਨ, ਔਰ ਤੁਸੀਂ ਆਪਣੀ ਕੋਈ ਐਪ ਬਣਾਓ, ਜਿੰਨੇ ਵੀ ਤੁਸੀਂ ਇੱਥੇ ਬੈਠੇ ਹੋ ਆਪ ਆਪਣੇ ਹੱਥ ਦੇ ਵਿੱਚ ਲਾਓ ਇਹ ਚੀਜ਼। ਕਹਿੰਦਾ ਜੇ ਸੋਮਨਾਥ ਦੇ ਮੰਦਰ ਨੂੰ ਕੋਈ ਗਜਨੀ ਲੁੱਟਦਾ ਨਾ, ਜੇ ਡੋਗਰਿਆਂ ਦੀ ਸ਼ਹਿ ਦੇ ਹੇਠ ਜੇ ਹੀਰਾ ਪੁੱਟਦਾ ਨਾ, ਲਾਹੌਰ ਤੇ ਅੱਖਾਂ ਹੁੰਦੀਆਂ ਨਾ ਜੇ ਆਂਢ ਗਵਾਂਢ ਦੀਆਂ, ਸਾਡੇ ਗੋਰੇ ਪਾਉਂਦੇ ਪੱਠੇ ਤੇ ਮੇਮਾ ਭਾਂਡੇ ਮਾਂਜਦੀਆਂ। ਜੇ ਨਲੂਆ ਨਾ ਮਰਦਾ ਕੰਮ ਸੀ ਆਇਆ ਕੰਡੇ ਤੇ, ਮਹਾਰਾਜਾ ਰਣਜੀਤ ਸਿੰਘ ਨਾ ਪੈਂਦਾ ਮੰਜੇ ਤੇ, ਨਾ ਬੁਰੀਆਂ ਸਰਕਾਰਾਂ ਸਾਡੇ ਦੇਸ਼ ਨੂੰ ਖੋਰਦੀਆਂ, ਸਾਡੇ ਗੋਰੇ ਪਾਉਂਦੇ ਪੱਠੇ ਤੇ ਮੇਮਾ ਭਾਂਡੇ ਮਾਂਜਦੇ। ਇਹ ਸਾਡੇ ਦੇਸ਼ ਦਾ ਭਵਿੱਖ ਹੈ ਜੀ। ਮੇਰੇ ਅੱਜ ਲੂ ਕੰਡੇ ਖੜੇ ਹੋ ਰਹੇ ਨੇ ਕਿ ਤੁਸੀਂ ਆਪਣੀ ਰੋਜੀ ਰੋਟੀ ਵਾਸਤੇ ਇੱਥੇ ਧਰਨੇ ਤੇ ਬੈਠੇ ਹੋ, ਤੁਹਾਨੂੰ ਘੱਟ ਤੋਂ ਘੱਟ ਵੀ ਅੱਜ 1 ਹਫ਼ਤਾ ਹੋ ਗਿਆ, ਕੋਈ ਰਿਸਪੌਂਸ ਨਹੀਂ ਹੈ ਕੰਪਨੀ ਵੱਲੋਂ ਦੀ, ਕੁਛ ਨਹੀਂ, ਕੋਈ ਲੈਣਾ ਦੇਣਾ ਨਹੀਂ। ਯਾਨੀ ਕਿ 100 ਰੁਪਈਆ। ਮੈਂ ਤਾਂ ਕਹਿੰਦਾ ਜੀ ਜੇ ਕਿਤੇ ਅੱਜ ਦੀ ਡੇਟ ਦੇ ਵਿੱਚ ਇੱਕ ਸਰਕਾਰਾਂ ਦੇ ਖਿਲਾਫ ਹੀ ਬੋਲਣਾ ਚਾਹੀਦਾ ਸਾਨੂੰ। ਅੱਜ 100 ਰੁਪਈਏ ਪੈਟਰੋਲ ਹੋ ਗਿਆ, 100 ਰੁਪਈਏ ਪੈਟਰੋਲ ਹੋ ਗਿਆ। ਮੈਂ ਕਹਿੰਦਾ ਕਿਸੇ ਗਰੀਬ ਬੰਦੇ ਨੇ ਰੋਜੀ ਰੋਟੀ ਤੋਂ ਦੁਖੀ ਹੋ ਕੇ ਬੇਰੁਜ਼ਗਾਰ ਬੰਦੇ ਨੇ ਕਿਤੇ ਆਤਮ ਹੱਤਿਆ ਕਰਨੀ ਹੋਵੇ ਨਾ, ਉਹ 100 ਰੁਪਈਏ ਦੀ ਪੈਟਰੋਲ ਦੀ ਬੋਤਲ ਨਹੀਂ ਲਏਗਾ, ਉਹ ਏਡੀ ਮਹਿੰਗੀ। ਤਾਂ ਵਿਚਾਰਾ ਕਿਸੇ ਨਾਲ ਆ ਸਾਲੇ ਮਾਸਕ ਦੇ ਨਾਲ ਹੀ ਆਪਣਾ ਫਾਹਾ ਲਾ ਦੇਗਾ, ਐਡਾ ਬੁਰਾ ਹਾਲ ਹੋ ਰਿਹਾ। ਇਹ ਤਾਂ ਖੈਰ ਹਾਲੇ ਜਮੈਟੋ ਵਾਲੇ ਨੇ, ਉਸ ਤੋਂ ਬਾਅਦ ਦੇ ਵਿੱਚੋਂ ਦੀ ਟਰਾਂਸਪੋਰਟਾਂ ਵਾਲੇ ਆਉਣਗੇ, ਫਿਰ ਬੱਸਾਂ ਵਾਲੇ ਆਉਣਗੇ, ਹਾਲੇ ਹੋਰ ਕਿੰਨੇ ਆਉਣਗੇ। ਔਰ ਤੁਹਾਡੇ ਵਿੱਚੋਂ ਦੀ ਕਿੰਨੇ ਕੁ ਕਿਸਾਨ ਨੇ? ਸਾਰੇ ਕਿਸਾਨ ਹੋ ਇੱਕ ਤਰੀਕੇ ਦੇ। ਆਹ ਦੇਖ ਲਓ ਜੀ, ਸਰਕਾਰਾਂ ਦੇ ਅੱਗੇ ਹੱਥ ਜੋੜ ਕੇ ਬੇਨਤੀ, ਆਹ ਦੇਖੋ ਇੱਧਰ ਕਿਸਾਨਾਂ ਦੇ ਹਾਲ। ਤੁਸੀਂ ਕਹਿੰਦੇ ਹੋ ਜੀ ਕਿਸਾਨ ਇੱਦਾਂ, ਕਿਸਾਨ ਉੱਦਾਂ, ਕਿਸਾਨ ਉੱਦਾਂ। ਆਹ ਵਿਚਾਰੇ ਕਿਸਾਨ ਆਪਣੇ ਹੱਕ ਵਾਸਤੇ ਇੱਥੇ ਜਿੰਦਾਬਾਦ ਮੁਰਦਾਬਾਦ ਆਪਣਾ ਬਾਤ ਕਰਦੇ ਫਿਰਦੇ ਨੇ। ਚਲੋ ਆਓ, ਖੈਰ ਮੈਂ ਤਾਂ ਜੋ ਬੋਲ ਰਿਹਾ ਆਪਾਂ ਇਹਨਾਂ ਕੋਲ ਪੁੱਛਦੇ ਹਾਂ। ਹਾਂਜੀ ਰੁਪਿੰਦਰ ਜੀ, ਕੀ ਕਹਿਣਾ ਚਾਹੁੰਦੇ ਹੋ? ਜਿਹੜਾ ਇਹ 100 ਰੁਪਈਏ ਦਾ ਜਿਹੜਾ ਆਪਣਾ ਪੈਟਰੋਲ ਦਾ ਰੇਟ ਹੋ ਗਿਆ, ਹਾਏ ਤੌਬਾ ਮੱਛੀ ਪਈ ਆ ਪੂਰੇ ਦੇਸ਼ ਦੇ ਵਿੱਚ, ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਮੈਟੋ ਸਵੀਗੀ ਨੂੰ? ਅਸੀਂ
ਸਰਕਾਰ ਨਾਲ ਨਾ ਸਾਡਾ ਕੋਈ ਇਸ ਕਰਕੇ ਗਿਲਾ ਨਹੀਂਗਾ ਪੈਟਰੋਲ ਦੇ ਖਿਲਾਫ, ਸੱਚ ਦੱਸਦੇ ਹਾਂ ਜੋ ਵੀ ਹੈ। ਉਹ ਸਿਆਪਾ ਤੇ ਪੈਟਰੋਲ ਕਰਕੇ ਪਿਆ ਹੈ। ਇੱਕ ਮਿੰਟ ਦੱਸਦਾ, ਪੈਟਰੋਲ ਜਦੋਂ 60-65 ਰੁਪਏ ਸੀ ਨਾ ਤੇ ਸਾਨੂੰ 10 ਰੁਪਏ ਕਿਲੋਮੀਟਰ ਮਿਲਦੇ ਸੀਗੇ। 10 ਰੁਪਏ ਕਿਲੋਮੀਟਰ, ਉਹਦੇ ਵਿੱਚ ਪੈਟਰੋਲ ਵੀ ਤੁਹਾਡਾ। ਪੈਟਰੋਲ ਸਾਡਾ ਜਦੋਂ 60 ਰੁਪਏ ਪੈਟਰੋਲ ਸੀ, ਹੁਣ ਪੈਟਰੋਲ 100 ਰੁਪਏ ਤੇ ਸਾਡੀ ਕੰਪਨੀ ਨੇ ਸਾਨੂੰ 5 ਰੁਪਏ ਕਰਤੇ ਆ। ਅੱਛਾ, ਸਾਡੀ ਇਹ ਮੰਗ ਹੈ ਵੀ ਚਲੋ ਪੈਟਰੋਲ ਉਹ ਸਰਕਾਰਾਂ ਨਾਲ ਇਹਨਾਂ ਦਾ ਮੱਥਾ ਵੱਡੇ ਲੋਕ ਜਿਵੇਂ ਵੀ ਲਾਉਣ, ਪਰ ਸਾਡਾ ਇਹ ਹੈ ਵੀ ਸਾਨੂੰ ਜਦੋਂ 60 ਰੁਪਏ ਪੈਟਰੋਲ ਸੀ ਤੇ 10 ਰੁਪਏ ਕਿਲੋਮੀਟਰ, ਤੇ ਜਦੋਂ ਹੁਣ ਪੈਟਰੋਲ 100 ਰੁਪਏ ਤੇ 5 ਰੁਪਏ ਕਿਲੋਮੀਟਰ ਦੇ, ਅੱਛਾ, ਸਾਨੂੰ ਉਹ 10 ਰੁਪਏ ਕਿਲੋਮੀਟਰ ਕਰ ਦੇਣ ਤਾਂ ਅਸੀਂ ਹੁਣੇ ਇਸ ਗੱਲ ਨੂੰ ਖਤਮ ਆ। ਜਾਂ ਕੰਪਨੀ ਨੂੰ ਅਸੀਂ ਇਹ ਕਿਹਾ ਵੀ ਇੱਕ ਹੋਰ ਤਰੀਕਾ ਵੀ ਜੋ ਅਸੀਂ ਐਵਰੇਜ 500 ਰੁਪਏ ਇੱਕ ਬੰਦਾ ਕਮਾਉਂਦਾ, ਇਹਨਾਂ ਨੇ ਪਹਿਲਾਂ ਅਸੀਂ 1500-1700 ਵੀ ਕਮਾਉਂਦੇ ਸੀਗੇ, ਘਟਦੇ ਅੱਜ 200-250 ਤੇ ਲੈ ਆਏ। ਸਾਨੂੰ ਕੋਈ ਵੀ ਇਹੋ ਜਿਹਾ ਸੋਲੂਸ਼ਨ ਦੇ ਦਿਓ ਵੀ 200-250 ਸਾਡੀ ਇਨਕਮ ਵੱਧ ਜੇ, ਅਸੀਂ ਖੁਸ਼ ਹਾਂ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਤੁਸੀਂ ਇੱਕ ਮਹੀਨੇ ਦੇ ਵਿੱਚ ਸਵੇਰੇ ਤੁਹਾਡੀ ਡਿਊਟੀ ਕਿੰਨੇ ਵਜੇ ਸ਼ੁਰੂ ਹੁੰਦੀ ਹੈ? 9 ਵਜੇ 9 ਤੋਂ ਲੈ ਕੇ ਰਾਤ 12 ਵਜੇ ਤੱਕ। ਜੇ ਰਾਤ ਨੂੰ ਉਹਦੇ ਵਿੱਚ ਇੱਕ ਹੋਰ ਵੇਖੋ ਸਿੱਟੀ ਭਾਜੀ ਵੀ ਜੇ 3.5 ਘੰਟੇ ਅਸੀਂ ਨਹੀਂ ਦਿੰਦੇ ਨਾ ਤੇ ਸਾਰੇ ਦਿਨ ਦੀ ਮਿਹਨਤ ਖਤਮ ਹੈ। ਜੇ ਕਿਸੇ ਨੂੰ ਐਮਰਜੈਂਸੀ ਪੈ ਗਈ ਉਹ ਬੰਦਾ ਜਾ ਨਹੀਂ ਸਕਦਾ ਘਰ, ਜਾ ਨਹੀਂ ਸਕਦਾ। ਕੋਈ ਐਕਸੀਡੈਂਟ ਹੋ ਜਾਵੇ, ਕੁਝ ਵੀ ਹੋ ਜਾਵੇ, ਕੋਈ ਸੁਣਵਾਈ ਨਹੀਂ ਹੈ। ਨਾਲ ਪਲੰਟੀ ਨਾਲ ਪਲੰਟੀ ਹੈ। 400 500 800 1000 ਰੁਪਏ ਵੀ ਉਲਟਾ ਆਹ ਹਿਸਾਬ ਲਗਾ ਲਓ ਜੀ। ਮੋਟਰਸਾਈਕਲ ਵੀ ਇਹਨਾਂ ਦੇ ਆਪਣੇ ਨੇ, ਪੈਟਰੋਲ ਵੀ ਇਹਨਾਂ ਦਾ ਆਪਣਾ ਹੈ, ਔਰ ਸਵੇਰੇ 9 ਵਜੇ ਤੋਂ ਲੈ ਕੇ ਰਾਤੀ 12 ਵਜੇ ਤੱਕ ਇਹਨਾਂ ਦੀ ਡਿਊਟੀ ਸ਼ੁਰੂ ਹੁੰਦੀ ਹੈ। ਏਦਾਂ ਹੀ ਆ ਜੀ, ਹੈ ਰਿਸਕ ਵੀ ਆਪਣਾ। ਦੇਖੋ ਕਿੰਨੀ ਟ੍ਰੈਫਿਕ ਹੈ, 119 ਕੀ ਗੱਲ ਹੋ ਜਾਵੇ, ਔਰ ਜੇ ਕਿਤੇ ਟਾਈਮ ਤੇ ਕਿਤੇ ਆਰਡਰ ਨਾ ਪਹੁੰਚੇ, ਕਸਟਮਰ ਜੇ ਕਹਦੇ ਵੀ ਅਸੀਂ ਦੇ ਵੀ ਆਏ, ਕਸਟਮਰ ਨੇ ਕਹਿਦਾ ਵੀ ਨਹੀਂ ਦੇ ਕੇ ਗਏ, ਕੰਪਨੀ ਨੇ ਸਾਨੂੰ ਨਹੀਂ ਪੁੱਛਣਾ, ਉਹਨੇ ਕਹਿਣਾ ਵੀ ਦੇ ਕੇ ਨਹੀਂ ਆਇਆ ਬੰਦਾ ਫਰਾਡ ਹੈ, ਉਹ ਵੀ ਪੈਸੇ ਸਾਡੇ ਸੇ, ਉਹ ਵੀ ਤੁਹਾਡੇ ਸੇ। ਉਹ ਵੀ ਤਾਂ ਹੀ ਸਾਡੇ ਨੌਜਵਾਨ ਲੜਕੇ ਬਾਹਰਲੇ ਦੇਸ਼ਾਂ ਨੂੰ ਭੱਜੀ ਜਾਂਦੇ ਨੇ। ਦੇਖ ਲਓ ਇਹ ਹਾਲ ਹੋਇਆ ਪਿਆ ਸਾਡੇ ਤੇ। ਹਾਂਜੀ, ਹਾਂ ਉਲਟਾ ਸਾਨੂੰ ਇੱਕ ਅਸੀਂ ਜਦੋਂ ਸਟ੍ਰਾਈਕ ਕਰਨ ਲੱਗੇ ਨਾ ਤੇ ਸਾਨੂੰ ਕਹਿੰਦੇ ਤੁਹਾਨੂੰ ਕੰਪਨੀ ਚੋਂ ਕੱਢ ਦਾਂਗੇ, 150 ਬੰਦਾ ਹੋਰ ਭੌਂਕਦਾ ਬੈਠਾ, ਉਹਨੂੰ ਰੱਖ ਲਾਂਗੇ, ਤੁਸੀਂ ਜੇ ਨਹੀਂ ਤਾਂ ਜਾਓ। ਹੁਣ ਇਹ ਦੇਖੋ ਵੀ ਉਲਟਾ ਇੱਕ ਤਾਂ ਧੱਕਾ ਉੱਤੋਂ ਇਹ ਧੱਕਾ ਵੀ ਤੁਹਾਨੂੰ ਨੌਕਰੀ ਤੋਂ ਕੱਢ ਦਾਂਗੇ, ਨੌਕਰੀ ਤੋਂ ਕੱਢ ਦਿਆਂ। ਸਾਡੇ ਕੋਲ ਮੈਸੇਜ ਹੈਗੇ, ਵੀਡੀਓ ਮੈਸੇਜ ਹੈਗੇ, ਕੱਢੀ ਯਾਰ ਮੈਸੇਜ ਕੱਢਿਓ। ਜਾਨੀ ਕਿ ਸਿੱਧੀ ਜੀ ਗੱਲ ਹੈ ਜੀ, ਜਦੋਂ ਤੁਸੀਂ ਆਓ ਭਾਜੀ ਇੱਧਰ, ਆਓ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੰਪਨੀ ਨੂੰ? ਕੰਪਨੀ ਨੂੰ ਤਾਂ ਆਪਣੀ ਇਹੀ ਰਿਕੁਐਸਟ ਹੈ ਕਿ ਜਿਹੜਾ ਮਤਲਬ ਉਹਨਾਂ ਨੇ ਰੇਟ ਘਟਾ ਰਹੇ ਨੇ ਉਹਨੂੰ ਘਟਾਉਣਾ ਨਹੀਂ ਚਾਹੀਦਾ, ਕਿਉਂਕਿ ਹੁਣ ਉਤੋਂ ਮਹਿੰਗਾਈ ਵੱਧ ਰਹੀ ਹੈ, ਲੇਕਿਨ ਉਹ ਜਿਹੜੇ ਰੇਟ ਨੇ ਉਹ ਘਟਾਉਂਦੀ ਜਾ ਰਹੀ ਹੈ ਸਾਡੇ ਜਿਹੜੇ ਆਰਡਰਾਂ ਦੇ ਟਾਰਗੇਟ 'ਤੇ ਜੋ ਵੀ ਸਾਨੂੰ ਮਿਲਦਾ। ਕੰਪਨੀ ਅੱਗੇ ਸਾਡੀਆਂ ਇਹੀ ਮੰਗਾਂ ਨੇ ਕਿ ਜਿਹੜਾ ਅਸੀਂ ਤੁਹਾਡੇ ਵਾਸਤੇ ਦਿਨ ਰਾਤ ਕੰਮ ਕਰਦੇ ਹਾਂ, ਕਈ ਵਾਰ ਤਾਂ ਸਵੇਰ ਤੋਂ ਆ ਜੀਦਾ, ਰੋਟੀ ਪਾਣੀ ਵੀ ਨਹੀਂ ਖਾਈਦਾ, ਰਾਤ ਦੇ 12 ਵੱਜ ਜਾਂਦੇ ਨੇ। ਅਗਰ ਕੋਈ ਲਾਸਟ 11:30-12 ਵਜੇ ਆ ਕੇ ਕੋਈ ਆਰਡਰ ਪੈ ਜਾਂਦਾ ਤਾਂ ਉਹ 1:30 ਵੀ ਵਜਾ ਦਿੰਦਾ ਸਾਨੂੰ। ਵੀ ਸਾਡੀ ਜਾਣੀ ਕਿ ਇਹੀ ਮੰਗ ਹੈ ਕਿ ਜਿਹੜੀ ਇਹ ਜਿਹੜੇ ਟਾਈਮ ਰੱਖੇ ਹੋਏ ਨੇ ਵੀ 3.5 ਘੰਟੇ ਦੇ ਵਿੱਚ ਲੌਗਇਨ ਕਰਨਾ ਜ਼ਰੂਰੀ ਹੈ, ਉਹ ਬੰਦ ਕਰ ਦੇਣ ਇੱਕ ਤਾਂ। ਦੂਸਰਾ ਜਿਹੜੇ ਸਾਡੇ ਰੇਟ ਨੇ ਉਹਨਾਂ ਨੂੰ ਸੈੱਟ ਕਰ ਦੇਣ ਕਿ ਅੱਜ ਕਦੇ ਕੋਈ ਰੇਟ ਕਾਰਡ ਲੈ ਕੇ ਆਉਂਦੇ ਨੇ, ਕਦੇ ਕੋਈ, ਉਹ ਸਾਡੇ ਸਾਰੇ ਜਿਹੜੇ ਭਰਾ ਨੇ ਸੈਟੀਸਫਾਈ ਨਹੀਂ ਹੁੰਦੇ ਉਹਦੇ ਨਾਲ। ਵੀ ਸਾਡੀ ਹੋਰ ਕੋਈ ਇਹਨਾਂ ਦਾ ਗੁੱਸਾ ਗਿਲਾ ਨਹੀਂ ਹੈਗਾ, ਕੋਈ ਸਾਨੂੰ ਮੈਨੇਜਮੈਂਟ ਦਾ ਹੋਰ ਗੁੱਸਾ ਨਹੀਂ, ਮੇਨ ਸਾਡਾ ਇਹੀ ਗੁੱਸਾ ਹੈ ਕਿ ਰੇਟ ਮਹਿੰਗਾਈ ਦੇ ਵਿੱਚ ਜਾਣੀ ਕਿ ਜਦੋਂ ਕੰਪਨੀਆਂ ਆਪਣਾ ਇਨਕਮ ਵਧਾਉਂਦੇ ਨੇ ਤਾਂ ਉਹ ਵੱਧਦਾ, ਲੋਕਾਂ ਦੇ ਪੈਸੇ ਵੱਧਦੇ ਨੇ, ਸਾਡੇ ਘਟ ਰਹੇ ਨੇ। ਇਨਕਮ ਵਧਣੀ ਦਾ ਕੀ ਹੈ? ਅਸੀਂ ਦਿਨ ਰਾਤ ਕੰਮ ਕਰਕੇ ਇਨਕਮ ਸਾਡੀ ਘਟਦੀ ਜਾਂਦੀ ਹੈ। ਤੁਸੀਂ ਆਪਣੇ ਇੱਥੇ ਜਿੰਨੇ ਵੀ ਲੜਕੇ ਹੈਗੇ ਹੋ, ਤੁਸੀਂ ਇੱਕ ਮਹੀਨੇ ਦੇ ਕਿੰਨੇ ਪੈਸੇ ਕਮਾ ਲੈਂਦੇ ਹੋ ਇੱਥੇ ਡਿਊਟੀ ਦੇ ਕੇ? ਮਿਨੀਮਮ ਪਹਿਲਾਂ ਜਿਹੜਾ ਸੀਗਾ, ਪਹਿਲਾਂ ਜਦੋਂ ਰੇਟ ਪੈਟਰੋਲ ਦੇ ਘੱਟ ਸੀਗੇ ਤਾਂ ਉਦੋਂ ਜਾਨੀ ਕਿ ਸਾਰੇ ਮਿਨੀਮਮ ਜਿਹੜੇ ਬੰਦੇ ਸੀ, ਇੱਕ ਆਪਾਂ ਐਵਰੇਜ ਕੱਢੀਏ ਤਾਂ 20,000 ਰੁਪਇਆ ਮਹੀਨੇ ਦਾ ਕਮਾ ਲੈਂਦੇ ਸੀਗੇ। ਯਾਨੀ ਕਿ ਸਵੇਰੇ 9 ਵਜੇ ਤੋਂ ਆ ਕੇ ਰਾਤੀ 12 ਵਜੇ ਦੀ ਡਿਊਟੀ ਕਰਕੇ 20,000 ਰੁਪਇਆ ਜਾਨੀ ਕਿ ਬੰਦੇ ਨੂੰ ਬਚ ਜਾਂਦਾ ਸੀਗਾ। ਪਰ ਹੁਣ ਜਿਹੜਾ 20,000 ਬਚਣਾ ਕਿ ਜਿਹੜੇ ਜੇਬ 'ਚ ਹੁੰਦੇ ਨੇ ਉਹ ਵੀ ਲੱਗ ਜਾਂਦੇ ਨੇ, ਉਹ ਵੀ ਲੱਗ ਜਾਂਦੇ ਆ। ਅੱਗੇ ਗਰਮੀ ਆ ਰਹੀ ਆ ਕੜਾਕੇ ਦੀ। ਇੱਕ ਮੇਰੀ ਰਿਕੁਐਸਟ ਹੋਰ ਹੈ ਕੰਪਨੀ ਨੂੰ ਵੀ, ਜਿਹੜੇ ਰੇਟ ਕਾਰਡ ਅੱਧੇ ਬੰਦਿਆਂ ਦੇ ਚੇਂਜ ਕਰ ਰਹੇ ਨੇ ਵੀ 20 ਵਾਲਿਆਂ ਦੇ ਅਸੀਂ ਚੇਂਜ ਕਰਾਂਗੇ, 15 ਵਾਲਿਆਂ ਦੇ ਨਹੀਂ ਕਰਨੇ, ਜਾਂ ਸਾਈਕਲ ਵਾਲਿਆਂ ਦੇ, ਉਹ ਪਲੀਜ਼ ਰਿਕੁਐਸਟ ਹੈ ਕਿ ਉਹਨਾਂ ਦੇ ਸਾਰੀ ਜਿਹੜੀ ਹੈ ਕਿ ਉਹ ਬਰਾਬਰ ਕਰ ਦੇਣ ਰੇਟ ਕਾਰਡ, ਵੀ ਉਹਦੇ ਵਿੱਚ ਕਿਸੇ ਨੂੰ ਇਹ ਨਾ ਹੋਵੇ ਵੀ ਤੇਰਾ ਰੇਟ ਕਾਰਡ ਵੱਧ ਹੈ ਜਾਂ ਸਾਡਾ ਘੱਟ ਹੈ, ਉਹ ਚੀਜ਼ ਨਾ ਰਵੇ। ਇਹ ਚੀਜ਼ ਪਲੀਜ਼ ਖਤਮ ਕਰ ਦਿੱਤੀ ਜਾਵੇ। ਇਹ ਰਿਕੁਐਸਟਾਂ ਅਸੀਂ ਕੰਪਨੀ ਅੱਗੇ ਕਰਦੇ ਹਾਂ ਜੀ। ਤੇ ਜਿਹੜਾ ਕੋਈ ਐਕਸੀਡੈਂਟ ਅਗਰ ਕਿਸੇ ਦਾ ਹੋ ਜਾਂਦਾ ਤਾਂ ਕੰਪਨੀ ਸਾਨੂੰ ਉਲਟਾ ਪਲੰਟੀ ਨਾ ਪਾਵੇ,
ਅਗਰ ਕੋਈ ਸਾਡੀ ਵੀ ਸੁਣਵਾਈ ਇਸ ਚੀਜ਼ 'ਚ ਰੱਖੀ ਜਾਵੇ ਵੀ ਅਗਰ ਕਸਟਮਰ ਆਰਡਰ ਖਾ ਕੇ ਕਹਿੰਦਾ ਮੇਰੇ ਕੋਲ ਤਾਂ ਆਰਡਰ ਨਹੀਂ ਪਹੁੰਚਿਆ, ਉਹ ਵੀ ਸਾਡੇ ਗਲ ਪੈ ਜਾਂਦਾ। ਇਹ ਚੀਜ਼ਾਂ ਥੋੜ੍ਹੀਆਂ ਖਤਮ ਹੋਣੀਆਂ ਚਾਹੀਦੀਆਂ। ਹੁਣ ਤੱਕ ਇੱਥੇ ਕੋਈ ਆਪਣਾ ਕਿਸੇ ਹੋਰ ਪਾਰਟੀ ਦਾ ਬੰਦਾ ਕੋਈ ਆਇਆ ਤੁਹਾਡੀ ਸਪੋਰਟ ਦੇ ਵਿੱਚ? ਇੱਥੇ ਕੌਣ ਆਇਆ ਇਸ ਵਕਤ? ਨਹੀਂ, ਸਾਡੇ ਕੋਲ ਵੈਸੇ ਕੋਈ ਪਾਰਟੀ ਵਾਲਾ ਬੰਦਾ ਨਹੀਂ ਆਇਆ। ਸਾਡਾ ਵੈਸੇ ਵੀ ਇਹ ਕਿਸੇ ਪਾਰਟੀ ਨਾਲ ਆਪਾਂ ਨਹੀਂ ਰੱਖਿਆ ਹੈਗਾ। ਮੀਡੀਆ ਆਈ ਹੈ? ਮੀਡੀਆ ਸਾਡੇ ਕੋਲ ਆਈ ਹੈ, ਮੀਡੀਆ ਨੇ ਸਾਡਾ ਸਾਥ ਦਿੱਤਾ, ਆਪਾਂ ਉਹਦਾ ਥੈਂਕ ਯੂ ਕਰਦੇ ਹਾਂ। ਤੁਸੀਂ ਆਏ ਹੋ, ਆਪਾਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਜੀ। ਸਾਰੇ ਜਣੇ ਬਹੁਤ ਖੁਸ਼ ਨੇ ਕਿ ਤੁਸੀਂ ਸਾਡੇ ਨਾਲ ਆਏ ਹੋ ਇੱਥੇ। ਨਹੀਂ, ਤੁਹਾਡੇ ਨਾਲ ਕੰਪਨੀ ਵਾਲਿਆਂ ਨੇ ਕੋਈ ਗੱਲਬਾਤ ਕਰਨ ਦੀ ਕੋਈ ਕੋਸ਼ਿਸ਼ ਕੀਤੀ ਹੈ? ਕੰਪਨੀ ਸਾਡੇ ਨਾਲ ਗੱਲ ਕਰਦੀ ਹੈ, ਲੇਕਿਨ ਉਹ ਸਾਨੂੰ ਕੋਈ ਸਪੈਸੀਫਿਕ ਜਾਨੀ ਇੱਕ ਹੁੰਦਾ ਨਾ ਕਿ ਵੀ ਆ ਤੁਹਾਨੂੰ ਵੀ ਇੱਕ ਆ ਚੀਜ਼ ਦੇ ਰਹੇ ਆ ਵੀ ਤੁਸੀਂ ਆ ਤੁਹਾਨੂੰ ਆਰਡਰ ਦੇਤਾ ਆਪਾਂ ਆ ਰੇਟ ਦੇਤਾ, ਤੁਸੀਂ ਇਹ ਤੁਹਾਡੇ ਵਾਸਤੇ ਸਹੀ ਹੈ। ਉਹ ਜਿਹੜਾ ਉਹ ਕੁਛ 1 ਰੁਪਈਆ ਵਧਾ ਕੇ 2 ਰੁਪਏ ਵਧਾ ਕੇ ਲੈ ਕੇ ਆਉਂਦੇ ਨੇ ਸਾਡੇ ਨਾਲ ਦੇ, ਉਹ ਸੈਟੀਸਫਾਈ ਨਹੀਂ ਹੁੰਦੇ ਉਹਦੇ ਵਿੱਚ, ਕਿਉਂਕਿ ਉਹ 60-70 ਰੁਪਏ ਹੀ ਵੱਧਦੇ ਨੇ, ਲੇਕਿਨ ਤੇਲ ਜਿਹੜਾ ਸਾਡਾ ਉਹ 300-400 ਦਾ ਲੱਗਦਾ ਦਿਹਾੜੀ ਦਾ। ਇੱਕ ਨਾ ਹੱਥ ਜੋੜ ਕੇ ਟਰਾਈ ਸਿਟੀ ਦੇ ਲੋਕਾਂ ਅੱਗੇ ਅਸੀਂ ਬੇਨਤੀ ਕਰਦੇ ਹਾਂ ਵੀ ਅਸੀਂ ਉਹ ਰਾਈਡਰਾਂ ਸਾਰੇ ਜਿਹੜੇ ਕੋਈ ਦੀਵਾਲੀ, ਲੋਹੜੀ, ਕੋਈ ਵੀ ਤਿਉਹਾਰ ਆਪਦੇ ਘਰਾਂ 'ਚ ਨਹੀਂ ਮਨਾਉਂਦੇ, ਤੁਹਾਡੀ ਸੇਵਾ ਲਈ ਅਸੀਂ ਸੜਕਾਂ ਤੇ ਹੁੰਨੇ ਆ। ਪਰ ਅੱਜ ਤੁਸੀਂ ਵੀ ਆਓ, ਸਾਡਾ ਸਾਥ ਦਿਓ। ਇਹ ਸਾਡੀ ਹੱਥ ਜੋੜ ਕੇ ਸਾਰਿਆਂ ਵੱਲੋਂ ਇੱਕ ਟਰਾਈ ਸਿਟੀ ਦੇ ਲੋਕਾਂ ਨੂੰ ਇੱਕ ਅਪੀਲ ਹੈ, ਬੇਨਤੀ ਹੈ। ਬੇਨਤੀ ਹੈ। ਤੁਸੀਂ ਭਾਜੀ ਆਓ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਸਰ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਕਿ ਕੰਪਨੀ ਨੂੰ ਅਸੀਂ ਜਿਹੜਾ ਕਿਹਾ ਹੋਇਆ ਕਿ ਸਾਡੀ ਦਿਨ ਦੀ ਦਿਹਾੜੀ ਜਿਹੜੀ ਤੇਲ 'ਚ ਹੁਣ ਖੱਪ ਜਾਂਦੀ ਹੈ, ਜਿਹੜਾ ਤੇਲ ਵਧਿਆ ਹੋਇਆ ਹੈ, ਉਸ ਕਰਕੇ ਸਾਡੇ 200-250 ਰੁਪਏ ਰੇਟ ਕਾਰਡ 'ਚ ਵਧਾ ਦੇ ਦਿਓ। ਜਿਹੜਾ ਸਾਡਾ ਤੇਲ ਵੱਧ ਲੱਗਦਾ ਹੈ ਉਹ ਬਰਾਬਰ ਹੋ ਜੇ ਤਾਂ ਸਾਨੂੰ ਕੁਝ ਬਚਣ ਲੱਗ ਜੇ। ਇਹੀ ਬੇਨਤੀ ਹੈ ਕਿ 200-250 ਰੁਪਏ ਦਾ ਰੇਟ ਕਾਰਡ ਇਨਕਰੀਜ਼ ਕਰ ਦਿੱਤਾ ਜਾਵੇ। ਸੋ ਮੈਂ ਜੀ ਜਿੰਨੇ ਵੀ ਟਰਾਈ ਸਿਟੀ ਏਰੀਆ ਦੇ ਹੋਟਲ ਵਾਲੇ ਨੇ, ਢਾਬੇ ਵਾਲੇ ਨੇ, ਉਹ ਵੀ ਮੈਂ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਦਾ ਕਿਸੇ ਨਾ ਕਿਸੇ ਤਰੀਕੇ ਆਪਣਾ ਸਾਥ ਦਿਓ, ਔਰ ਤੁਸੀਂ ਵੀ ਕਿਸੇ ਨਾ ਕਿਸੇ ਤਰੀਕੇ ਜੋਮੈਟੋ ਦੇ ਉੱਤੇ ਦਬਾਅ ਬਣਾਓ ਕਿ ਇਹਨਾਂ ਦੀ ਕਿਤੇ ਨਾ ਕਿਤੇ ਸੁਣਵਾਈ ਹੋਵੇ। ਹੋਰ ਬੋਲੋ। ਦੇਖੋ ਜੀ, ਅਸੀਂ ਸਾਰੇ ਭਰਾਵਾਂ ਦੇ ਹੱਕ ਲਈ ਖੜੇ ਹੋਏ ਆ। ਸਾਰੇ ਭਰਾ ਸਾਡੇ ਨਾਲ ਖੜੇ ਹੋਏ ਆ। ਕੰਪਨੀ ਕੋਲ ਸਾਡੇ ਕੋਲ ਕੋਈ ਫਾਲਤੂ ਦੀ ਜਾਂ ਬੇਮਤਲਬ ਦੀ ਮੰਗ ਨਹੀਂ ਹੈ। ਅੱਜ ਦੇ ਮੌਕੇ ਦੇ ਸਮੇਂ ਦੇ ਮੁਤਾਬਕ ਜਾਇਜ਼ ਮੰਗ ਹੈ, ਪਰ ਕੰਪਨੀ ਉਹ ਸਾਡੀ ਮੰਗਾਂ ਤੇ ਕੋਈ ਜੂ ਨਹੀਂ ਸਰਕਦੀ। ਛੋਟਾ ਜਿਹਾ ਪ੍ਰਪੋਜ਼ਲ ਰੱਖ ਦਿੰਦੀ ਹੈ, ਆ ਲੈ ਲਓ, ਜਿਹਦੇ ਨਾਲ ਸਾਡੇ ਕੋਈ ਵੀ ਰਾਈਡਰ ਸੈਟੀਸਫਾਈਡ ਨਹੀਂ ਹੈ। ਹਾਲਾਂਕਿ ਅਸੀਂ ਖੁਦ ਕਹੇ ਹੈ ਤਾਂ ਵੀ ਉਹਦੇ ਤੇ ਵੀ ਉਹਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ। ਉਲਟਾ ਅਸੀਂ ਅੱਜ ਸਟ੍ਰਾਈਕ ਕਰ ਰੱਖੀ ਹੈ, ਸਾਨੂੰ ਧਮਕੀਆਂ ਅਲੱਗ ਤੋਂ ਦਿੱਤੀਆਂ ਜਾ ਰਹੀਆਂ। ਹੁਣ ਤੁਹਾਨੂੰ ਪਤਾ ਨਹੀਂ ਹੋਣਾ, ਪਿੱਛੇ ਸਾਡੇ ਕਈ ਲੜਕਿਆਂ ਦੇ ਉੱਤੇ ਪੁਲਿਸ ਕੇਸ ਤੱਕ ਕਰ ਦਿੱਤੇ ਆ। ਤੇ ਇਹ ਕੰਪਨੀ ਨੂੰ ਮੈਂ ਇੱਕ ਗੱਲ ਕਹਿਣਾ ਚਾਹਾਂਗਾ, ਬਈ ਇਹ ਜੇ ਤੁਸੀਂ ਝੂਠੇ ਕੇਸ ਕਰੀ ਜਾਓਗੇ ਨਾ ਤਾਂ ਸਾਡੀ ਸਟ੍ਰਾਈਕ ਤੂੰ ਕਮਜ਼ੋਰ ਨਹੀਂ ਕਰ ਸਕਦੇ। ਇਹ ਸਟ੍ਰਾਈਕ ਉਲਟਾ ਹੋਰ ਵਧੇਗੀ। ਅਸੀਂ ਪਿਆਰ ਨਾਲ ਤੁਹਾਡੇ ਕੋਲ ਹੱਕ ਮੰਗ ਰਹੇ ਹਾਂ ਤੇ ਸਾਨੂੰ ਮਜਬੂਰ ਕਰਨ ਦੀ ਕੋਸ਼ਿਸ਼ ਨਾ ਕਰੋ, ਤੇ ਪਿਆਰ ਨਾਲ ਹੀ ਸਾਡੇ ਨਾਲ ਬੈਠ ਕੇ ਸਹਿਮਤੀ ਬਣਾਓ। ਅਸੀਂ ਸਹਿਮਤੀ ਬਣਾਉਣ ਵਾਸਤੇ ਤਿਆਰ ਹਾਂ ਤੇ ਸਾਰੇ ਜਣੇ ਕੰਪਨੀ ਵਾਲੇ ਪਿਆਰ ਨਾਲ ਸਾਡੇ ਨਾਲ ਆ ਕੇ ਬੈਠੋ। ਸਾਡੇ ਹਰ ਲੋਕੇਸ਼ਨਾਂ ਦੇ ਮੇਨ ਅਹੁਦੇਦਾਰ ਸਾਡੇ ਨਾਲ ਪਰਸਨਲੀ ਇੱਕ ਵਾਰੀ ਮੀਟਿੰਗ ਕਰਨਾ ਚਾਹੁੰਦੇ ਹੋ, 2 ਵਾਰੀ ਕਰਨਾ ਚਾਹੁੰਦੇ ਹੋ, 10 ਵਾਰੀ ਕਰਨਾ ਚਾਹੁੰਦੇ ਹੋ, ਸਵੇਰੇ ਬੁਲਾਉਣਾ ਚਾਹੁੰਦੇ ਹੋ, ਰਾਤੀ 12 ਵਜੇ ਤੱਕ ਬੁਲਾਉਣਾ ਚਾਹੁੰਦੇ ਹੋ, ਅਸੀਂ ਹਾਜ਼ਰ ਹਾਂ। ਪਰ ਸਾਨੂੰ ਕੋਈ ਸਹੀ ਨਤੀਜਾ ਦਿਓ ਤਾਂ ਜਾ ਕੇ ਅਸੀਂ ਬਾਕੀਆਂ ਨੂੰ ਵੀ ਕਹੀਏ। ਉਸ ਤੋਂ ਇਲਾਵਾ ਸਾਡੇ ਕੋਲ ਕੋਈ ਹੱਲ ਨਹੀਂ ਹੈ। ਤੇ ਇਹ ਝੂਠੇ ਪਰਚੇ ਜਿਹੜੇ ਤੁਸੀਂ ਨਜਾਇਜ਼ ਬਣਾਏ ਜਾ ਰਹੇ ਹੋ, ਇਹਦਾ ਨੁਕਸਾਨ ਕੰਪਨੀ ਕੱਲ ਨੂੰ ਖੁਦ ਨਾ ਭੁਗਤ ਲਵੇ। ਨਹੀਂ ਤੁਹਾਡੇ ਤੇ ਕਿਹੜਾ ਝੂਠਾ ਪਰਚਾ ਦਰਜ ਕੀਤਾ ਜਾ ਰਿਹਾ ਹੈ? ਹੁਣੇ ਹੀ ਪੰਚਕੂਲਾ ਤੋਂ ਸਭ ਫੋਨ ਆਇਆ ਸਾਡੇ ਸਾਰੇ ਰਾਈਡਰਾਂ ਨੂੰ ਵੀ ਤੁਹਾਡੇ ਖਿਲਾਫ ਦਰਖਾਸਤ ਆ ਰਹੀ ਹੈ, ਤੁਸੀਂ ਮੁੰਡਿਆਂ ਕੋਲੋਂ ਬਈ ਖਾਣਾ ਖੋਇਆ। ਹਾਲਾਂਕਿ ਸਾਰੇ ਰਾਈਡਰ ਸਾਡੇ ਨਾਲ ਸਹਿਮਤ ਹੈ। ਕਈ ਬੰਦਾ ਕੋਈ ਮਿਲਦਾ ਹੈ ਉਹਨੂੰ ਪਤਾ ਤੱਕ ਨਹੀਂ ਹੁੰਦਾ ਕੰਪਨੀ ਦਾ ਵੀ ਸਟ੍ਰਾਈਕ ਚੱਲ ਰਹੀ ਹੈ, ਕੰਪਨੀ ਇਹ ਮੰਗਾ। ਅਸੀਂ ਜਦੋਂ ਉਹਨਾਂ ਨੂੰ ਆਦੀ ਮੰਗਾ ਦੱਸਦੇ ਹਾਂ, ਕਈ ਲੜਕੇ ਪਿੱਛੇ ਹੁਣ ਜੋਮੈਟੋ ਦਾ ਕੰਮ ਚੱਲ ਰਿਹਾ, ਲੜਕੇ ਹੈਗੇ ਉਹਨਾਂ ਕੋਲ ਹੋਰ? ਹੁਣ ਜਿਸ ਦਿਨ ਦੀ ਸਾਡੀ ਸਟ੍ਰਾਈਕ ਚਾਲੂ ਹੋਈ ਹੈ ਉਸ ਦਿਨ ਦਾ ਕੰਪਨੀ ਨੇ ਕੀ ਕੀਤਾ ਹੈ, ਜੋਮੈਟੋ ਦੇ ਰਾਈਡਰ ਤਾਂ ਸਾਰੇ ਦੇ ਸਾਰੇ ਸਟ੍ਰਾਈਕ ਤੇ ਬੈਠੇ ਨੇ। ਤੇ ਹੁਣ ਕੰਪਨੀ ਨੇ ਇੱਕ ਨਵਾਂ ਰੂਲ ਕੱਢਤਾ ਹੈ ਜੀ, ਹਰੇਕ ਮਰਚੈਂਟ ਨੂੰ ਇਹ ਕਹਿਤਾ ਕਿ ਤੁਸੀਂ ਆਪਦੇ ਰਾਈਡਰ ਰੱਖ ਲਓ ਤੇ ਇਹਨਾਂ ਨੂੰ ਤਨਖਾਹਾਂ ਦਿਓ ਤੇ ਇਹਨਾਂ ਨੂੰ ਤੁਸੀਂ ਆਪ ਮਤਲਬ ਕਿ ਸੈਲਰੀ ਦਿਓ ਵੀਕਲੀ। ਕੋਈ ਗੱਲ ਨਹੀਂ, ਅਸੀਂ ਤੁਹਾਡੇ ਲਈ ਨਵਾਂ ਪ੍ਰਪੋਜ਼ਲ ਲੈ ਕੇ ਆ ਰਹੇ ਹਾਂ। ਤਾਂ ਮੇਰੀ ਸਾਰੀ ਮਤਲਬ ਕਿ ਮਰਚੈਂਟਾਂ ਨੂੰ ਵੀ ਤੇ ਟਰਾਈ ਸਿਟੀ ਦੀ ਜਨਤਾ ਨੂੰ ਵੀ ਇਹੀ ਬੇਨਤੀ ਹੈ ਕਿ ਤੁਸੀਂ ਕੁਝ ਦਿਨ ਜੇ ਜੋਮੈਟੋ ਤੇ ਆਰਡਰ ਨਹੀਂ ਕਰੋਗੇ ਤਾਂ ਕੋਈ ਫਰਕ ਨਹੀਂ ਪੈ ਜਾਏਗਾ। ਸਾਡਾ ਇਹ ਹੈ ਕਿ ਤੁਸੀਂ ਜਿਹੜੇ ਆਰਡਰ ਅੱਜ ਕੱਲ੍ਹ ਜੋਮੈਟੋ ਦੇ ਦੇ ਰਹੇ ਹੋ ਉਹਦੇ ਨਾਲ ਸਾਡੀ ਜਿਹੜੀ ਸਟ੍ਰਾਈਕ ਹੈ ਉਹ ਕਮਜ਼ੋਰ ਹੋ ਰਹੀ ਹੈ। ਇਸ ਕਰਕੇ ਤੁਹਾਨੂੰ ਬੇਨਤੀ ਹੈ ਹੱਥ ਜੋੜ ਕੇ ਕਿ ਥੋੜੇ ਦਿਨ ਜੋਮੈਟੋ ਤੇ ਆਰਡਰ ਨਾ ਪਾਓ। ਇਹੀ ਮੈਂ ਕਹਿਣਾ ਚਾਹੁੰਦਾ। ਤੁਹਾਡਾ ਕੀ ਨਾਮ ਹੈ? ਗੁਰਲਾਲ ਸਿੰਘ। ਤੁਸੀਂ ਘਰ ਦੇ ਵਿੱਚ ਕਿੰਨੇ ਮੈਂਬਰ ਹੋ? ਅਸੀਂ ਘਰ ਦੇ ਵਿੱਚ 4 ਮੈਂਬਰ ਹਾਂ। 4 ਮੈਂਬਰ।
ਇੱਥੇ ਕਿੰਨੇ ਪੈਸੇ ਕਮਾ ਲੈਂਦੇ ਤੁਸੀਂ ਮਹੀਨੇ ਦੇ? ਇੱਥੇ ਮਹੀਨੇ ਦੀ ਹੈ ਸੈਲਰੀ 15 ਤੋਂ 20 ਸੀ ਪਹਿਲੇ ਪਿਛਲੇ ਟਾਈਮ 'ਚ, ਅੱਜ ਤੋਂ 2 ਸਾਲ ਪਹਿਲਾਂ। ਪਰ ਜਦੋਂ ਦਾ ਲੋਕਡਾਊਨ ਤੋਂ ਬਾਅਦ ਇਹਨਾਂ ਰੇਟ ਘੱਟ ਚੇਂਜ ਕਰਤੇ, ਹੁਣ ਬੜੀ ਮੁਸ਼ਕਲ ਨਾਲ 15-15 ਘੰਟੇ ਦੇ ਕੇ ਦਿਨ ਦੇ ਵਿੱਚ ਤਾਂ 10,000 ਜਾਂ 12,000 ਬਚਦਾ। ਤੁਹਾਡੀ ਸ਼ਾਦੀ ਹੋ ਰੱਖੀ ਹੈ? ਮੇਰੇ ਕੋਲੇ ਗੁੜੀਆ ਇੱਕ ਗੁੜੀਆ। ਆਹ ਦੇਖ ਲਓ ਜੀ, ਇੱਧਰ ਨੌਜਵਾਨ ਲੜਕਾ 12,000 ਰੁਪਏ ਮਹੀਨਾ ਕਮਾਉਂਦਾ ਜਮੈਟੋ 'ਚ। ਤੇ ਕਿੰਨਾ ਪੜ੍ਹੇ ਹੋਏ ਹੋ ਤੁਸੀਂ? ਮੈਂ BA ਕੀਤੀ ਹੋਈ ਹੈ। ਆਹ ਦੇਖ ਲਓ ਇੱਧਰ, ਇਹ ਸਾਡੇ ਦੇਸ਼ ਦਾ ਹਾਲ ਹੈ। BA ਕੀਤੀ ਹੋਈ ਹੈ ਮੁੰਡੇ ਨੇ, ਔਰ 12,000 ਰੁਪਏ ਦੇ ਵਿੱਚ ਜਮੈਟੋ ਦੇ ਵਿੱਚ ਆਪਣਾ ਨੌਕਰੀ ਕਰ ਰਿਹਾ, ਤੇ ਉਸ ਤੋਂ ਬਾਅਦ ਦੇ ਵਿੱਚ ਉਹਦੀ 12,000 ਰੁਪਏ ਦੇ ਕਰਕੇ ਇੱਥੇ ਜਿੰਦਾਬਾਦ ਮੁਰਦਾਬਾਦ ਕਰ ਰਿਹਾ। ਤੁਹਾਡੇ ਪਿਤਾ ਜੀ ਕੀ ਕਰਦੇ ਨੇ? ਉਹ ਕਿਸਾਨੀ ਕਰਦੇ ਨੇ ਜੀ। ਕਿਸਾਨੀ ਕਰਦੇ ਨੇ ਉਹ ਵੀ ਵਿਚਾਰੇ। ਆਹ ਸੁਣ ਲਓ ਜੀ, ਪਿਤਾ ਜੀ ਦਿੱਲੀ ਬੈਠੇ ਨੇ, ਉਧਰ ਕਿਸਾਨੀ ਧਰਨੇ ਤੇ, ਔਰ ਇੱਧਰ ਬੇਟਾ 12,000 ਰੁਪਇਆ ਮਹੀਨਾ ਕਮਾਉਣ ਵਾਸਤੇ ਇੱਥੇ ਜਿੰਦਾਬਾਦ ਮੁਰਦਾਬਾਦ ਕਰ ਰਿਹਾ। ਸੋ ਕੰਪਨੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਹ ਜਿਹੜੇ 28% ਤੁਸੀਂ ਸਾਡੇ ਹੋਟਲਾਂ ਵਾਲਿਆਂ ਕੋਲ ਲੈਂਦੇ ਹੋ, ਢਾਬੇ ਵਾਲਿਆਂ ਕੋਲ ਲੈਂਦੇ ਹੋ, ਸਾਡੇ ਵਧਾ ਦਿਓ, ਠੀਕ ਹੈ ਨਾ। ਔਰ ਮੈਂ ਤਾਂ ਵੈਸੇ ਵੀ ਇਹੋ ਜਿਹੇ ਕੰਪਨੀਆਂ ਦਾ ਬਾਈਕਾਟ ਕਰਦਾ ਆ, ਠੀਕ ਹੈ। ਸਾਨੂੰ ਤਾਂ ਇਹੋ ਜਿਹੇ ਕੰਪਨੀਆਂ ਦੀ ਵੈਸੇ ਵੀ ਲੋੜ ਨਹੀਂ ਹੈਗੀ। ਜਿਹੜੇ ਬੰਦੇ ਇਹਨਾਂ ਗਰੀਬਾਂ ਦਾ ਨਾ ਕੁਝ ਸੋਚ ਸਕਦੇ ਹੋਣ, ਇਹੋ ਜਿਹੀਆਂ ਕੰਪਨੀਆਂ ਨੂੰ ਤਾਂ ਮੈਂ ਐਸੀ ਲੱਤ ਮਾਰਦਾ ਨਾ ਕਿ ਸਾਲੀਆਂ ਭੰਡ 'ਚ ਵੜਨ। ਔਰ ਮੰਗਾਂ ਵੀ ਬਿਲਕੁਲ ਜਾਇਜ਼ ਨੇ ਜੀ। ਕੋਈ ਇਹ ਨਹੀਂ ਕਹਿੰਦਾ ਵੀ ਸਾਨੂੰ ਕੋਠੀਆਂ ਲੈ ਦਿਓ, ਵੀ ਸਾਨੂੰ ਮੋਟਰਸਾਈਕਲ ਨਵੇਂ ਲੈ ਦਿਓ। ਹਾਂ, ਕੰਮ ਤਾਂ ਉਹੀ 12 ਘੰਟੇ ਆ। ਉਧਰੋਂ ਰੇਟ ਚੱਕ ਤਾਂ ਦੂਜੇ ਪਾਸਿਆਂ ਦੇ। ਹਾਂਜੀ ਭਾਈ, ਮੇਰਾ ਨਾਮ ਜਸਪ੍ਰੀਤ ਹੈ ਯਾਰ। ਤੇ ਮੇਰੀ ਯਾਰ ਕੰਪਨੀ ਨੂੰ ਸਿਰਫ ਇੱਕੋ ਮੰਗ ਆ, ਸਭ ਤੋਂ ਪਹਿਲਾਂ ਤਮੀਜ਼ ਨਹੀਂ ਕੰਪਨੀ ਕੋਲ, ਸਾਡੀ ਕੋਲ। ਅਸੀਂ ਵੀ ਇਨਸਾਨ ਆ ਯਾਰ, ਅਸੀਂ ਵੀ ਇਨਸਾਨ ਆ। ਕੰਪਨੀ ਕੁੱਤਾ ਕਹਿੰਦੀ ਆ ਯਾਰ। ਕੰਪਨੀ ਕੋਈ ਜਿਹੜੇ ਸਾਡੇ ਉਰੇ ਮੈਨੇਜਮੈਂਟ ਆ, ਕੋਈ ਉਹਨਾਂ ਦੇ ਆਪਣੀ ਸਿਰ ਦੀ ਕੰਪਨੀ ਨਹੀਂ, ਉਹ ਵੀ ਅੱਗੇ ਨੌਕਰ ਆ। ਅਸੀਂ ਉਹਨਾਂ ਨਾਲ ਕਿੱਦਾਂ ਗੱਲ ਕਰਦੇ ਆ? ਹਮੇਸ਼ਾ ਜਦ ਵੀ ਆਉਂਦੇ ਆ ਸਰ ਜੀ ਕਰਦੇ ਫਿਰਦੇ ਆ ਅੱਗੇ। ਓਏ ਪਿੱਛੋਂ ਗੱਲ ਕਰ, ਕੋਈ ਵੀ ਪ੍ਰੋਬਲਮ ਹੁੰਦੀ ਆ ਓਏ ਹੋ ਜਾਊਗਾ ਕੰਮ। ਤਮੀਜ਼ ਨਹੀਂ ਕੰਪਨੀ ਕੋਲ। ਇਹ ਤਾਂ ਸਾਡੀ ਰਿਸਪੈਕਟ ਆ। ਬਾਕੀ ਸਾਡਾ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ, ਕੋਈ ਕੁਝ ਨਹੀਂ। ਅਸੀਂ ਸਿਰਫ ਆਪਣੀਆਂ ਜਾਇਜ਼ ਮੰਗਾਂ ਮੰਗ ਰਹੇ ਹਾਂ। ਸਿਰਫ ਅਸੀਂ ਪੈਟਰੋਲ 100 ਰੁਪਏ ਹੋ ਗਿਆ, ਉਸ ਦੇ ਰਿਗਾਰਡਿੰਗ ਹੀ ਗੱਲ ਕਰਦੇ ਹਾਂ। ਤੇ ਬਾਕੀ ਸਾਨੂੰ ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕਿ ਸਾਡੇ ਨਾਲ ਕਿਸੇ ਨਾਲ ਪਰਸਨਲੀ ਦੁਸ਼ਮਣੀ ਆ, ਇਦਾਂ ਦੀ ਕੋਈ ਗੱਲ ਨਹੀਂ। ਸਿਰਫ ਅਸੀਂ ਆਪਣੀਆਂ ਸਾਡੀਆਂ ਜ਼ਰੂਰੀ ਮੰਗਾਂ ਉਹੀ ਮੰਗ ਰਹੇ ਹਾਂ। ਐ ਨਹੀਂ ਕਿਸੇ ਨਾਲ ਨਜਾਇਜ਼ ਧੱਕਾ ਨਹੀਂ ਕਰਦੇ। ਬਟ ਸਾਡੇ ਨਾਲ ਕੰਪਨੀ ਹੁਣ ਧੱਕਾ ਕਰ ਰਹੀ ਆ। ਇਸ ਟਾਈਮ ਦੇਖੋ ਰੇਟ ਪੈਟਰੋਲ ਦਾ ਕੀ ਹੋ ਗਿਆ, ਤੇ ਸਾਡਾ ਰੇਟ ਘਟਾਤਾ। ਜਦੋਂ ਪੈਟਰੋਲ ਘੱਟ ਸੀਗਾ ਉਸ ਟਾਈਮ 10 ਰੁਪਏ ਤੇ ਹੁਣ 5 ਰੁਪਏ ਆ ਗਿਆ। ਅਸੀਂ ਹਫ਼ਤੇ ਤੋਂ ਬੈਠੇ ਹਾਂ ਉਰੇ, ਕੰਪਨੀ ਦੇਖ ਰਹੀ ਆ ਕਿ ਬੰਦੇ ਕਿੰਨਾ ਕੁ ਚਿਰ ਭੁੱਖੇ ਰਹਿ ਸਕਦੇ ਨੇ। ਉਹਨਾਂ ਨੂੰ ਪਤਾ ਹੈ ਕਿ ਬੰਦੇ ਨਹੀਂ ਬਹਿ ਸਕਦੇ, ਇਸੇ ਚੀਜ਼ ਦਾ ਫਾਇਦਾ ਚੱਕਦੇ ਆ। ਬਟ ਅਸੀਂ ਵੀ ਏਕਾ ਬਣਾਈ ਰੱਖਣਾ ਯਾਰ, ਇਹਨੂੰ ਟੁੱਟਣ ਨਹੀਂ ਦੇਣਾ ਆਪਾਂ ਨੇ। ਇਹ ਨਹੀਂ ਹੈਗਾ ਕਿ ਯਾਰ ਆਪਾਂ 2 ਦਿਨ ਬੈਠੇ ਆ ਉਰੇ, 3 ਦਿਨ ਬੈਠੇ ਆ। ਉਹ ਯਾਰ ਕਿਸਾਨ ਅੰਦੋਲਨ ਇੰਨਾ ਟਾਈਮ ਚੱਲਦਾ, ਆਪਾਂ ਵੀ ਇਹਨੂੰ ਦਿਖਾਉਣਾ ਜਮੈਟੋ ਨੂੰ ਕਿ ਹਾਂ ਸਾਡੇ 'ਚ ਵੀ ਏਕਾ ਹੈਗਾ ਏ। ਯਾਰ ਪਹਿਲਾਂ ਖੈੜ ਵਾਲੇ ਸਟ੍ਰਾਈਕ ਕਰਦੇ ਤੇ ਮੋਹਾਲੀ ਵਾਲੇ ਨਹੀਂ ਤੇ ਕਰਦੇ, ਮੋਹਾਲੀ ਵਾਲੇ ਕਰਦੇ ਤੇ ਚੰਡੀਗੜ੍ਹ ਵਾਲੇ ਨਹੀਂ ਤੇ ਕਰਦੇ। ਪਰ ਹੁਣ ਸਟ੍ਰਾਈਕ ਇਹ ਲਗਾਤਾਰ ਜਾਰੀ ਰੱਖੂਗੀ। ਜਿਹੜੇ ਸੀਨੀਅਰ ਬੰਦੇ ਦੇ ਚੇਲੇ ਚਮਚੇ ਜੋ ਵੀ ਹੈਗੇ ਆ, ਸ਼ਰੇਆਮ ਠੋਕ ਕੇ ਕਹੋ ਵੀ ਇਹਦਾ ਇਦਾਂ ਹੀ ਜੰਗ ਜਾਰੀ ਰਹੂਗੀ। ਉਹ ਵੀਰੇ ਗਿੱਦੜ ਬਹੁਤ ਫਿਰਦੇ ਆ, ਸ਼ੇਰ ਠੁਕੇ ਰਹਿਣਗੇ। ਹੈ ਠੋਕ ਕੇ ਕਹਿੰਦੇ ਆ ਵੀਰੇ ਇਹ ਜਿੰਦਾ ਇਦਾਂ ਹੀ ਚੱਲਣੀਆਂ ਹੈ, ਇਦਾਂ ਹੀ ਚੱਲਣੀਆਂ ਹੈ, ਕਿਸੇ ਨੂੰ ਰੁਕਣ ਨਹੀਂ ਦੇਣਾ, ਦਬਣਾ ਨਹੀਂ ਵੀਰੇ। ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ। ਮੇਰਾ ਨਾਮ ਕੁਲਵਿੰਦਰ ਸਿੰਘ, ਲੋਕੇਸ਼ਨ 5 ਫੇਸ ਜੀ। ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਮੇਨ ਮੁੱਦਾ ਹੈ ਵੀ ਸਾਡਾ ਜਿਹੜਾ ਰੇਟ ਕਾਰਡ ਉਹ ਚੇਂਜ ਕੀਤਾ ਜਾਵੇ, ਜਿਹੜਾ ਸਾਡੀ ਸੈਲਰੀ ਦੇ ਵਿੱਚ ਇਨਕਰੀਜ਼ ਕੀਤਾ ਜਾਵੇ, ਘੱਟੋ ਘੱਟ 250 ਜਾਂ 300 ਰੁਪਏ ਦੇ ਵਿੱਚ ਵਾਧਾ ਕੀਤਾ ਜਾਵੇ। ਕਿਉਂਕਿ ਤੁਹਾਨੂੰ ਪਤਾ ਹੈ ਵੀ ਰੇਟ ਵੀ ਪੈਟਰੋਲ ਦਾ 100 ਰੁਪਏ ਤੋਂ ਉੱਪਰ ਜਾ ਰਿਹਾ ਹੁਣ ਲਗਭਗ, ਠੀਕ ਹੈ ਜੀ। ਤੇ ਇਸ ਕਰਕੇ ਸਾਨੂੰ ਪਹਿਲਾਂ ਕੰਪਨੀ 10 ਰੁਪਏ ਪਰ ਕਿਲੋਮੀਟਰ ਦਿੰਦੀ ਸੀ, ਸਾਨੂੰ ਉਹੀ 10 ਰੁਪਏ ਪਰ ਕਿਲੋਮੀਟਰ ਦਿੱਤਾ ਜਾਵੇ। ਔਰ ਘੱਟੋ ਘੱਟ ਜਿਹੜਾ 25 ਰੁਪਏ ਸਾਡਾ ਬੇਸ ਪੇ ਆਰਡਰ ਦਾ ਦਿੱਤਾ ਜਾਵੇ। ਜਦੋਂ ਮਲਟੀ ਆਰਡਰ ਲੱਗਦਾ ਤਾਂ ਘੱਟੋ ਘੱਟ 40 ਜਾਂ 50 ਰੁਪਏ ਮਲਟੀ ਆਰਡਰ ਦੇ ਦਿੱਤੇ ਜਾਣ। ਸਹਿਮਤ ਹੋ ਜੀ? ਤੇ ਉਸ ਤੋਂ ਬਾਅਦ ਕੰਪਨੀ ਬਹੁਤ ਧੱਕਾ ਕਰਦੀ ਹੈ। ਪਿੱਛੇ ਜੇ ਮੇਰਾ ਜਦੋਂ ਐਕਸੀਡੈਂਟ ਹੋਇਆ ਸੀ ਤੇ ਮੈਂ ਕੰਪਨੀ ਦੇ ਚੈਟ ਸਪੋਰਟ ਤੇ ਗੱਲਬਾਤ ਕੀਤੀ, ਮੇਰਾ ਐਕਸੀਡੈਂਟ ਹੋ ਗਿਆ ਤੇ ਕੰਪਨੀ ਪਤਾ ਕੀ ਕਹਿ ਰਹੀ ਆ ਕਿ ਸਰ ਆਪ ਆਰਡਰ ਡਿਲੀਵਰ ਕਰ ਦੋਗੇ। ਇਹ ਨਹੀਂ ਪੁੱਛਿਆ ਵੀ ਤੂੰ ਠੀਕ ਹੈ ਕਿ ਨਹੀਂ ਹੈ, ਵੀ ਤੂੰ ਆਰਡਰ ਡਿਲੀਵਰ ਵੀ ਤੂੰ ਠੀਕ ਹੈ, ਤੇਰੇ ਸਰਟੀਫਿਕੇਟ ਤਾਂ ਨਹੀਂ ਜ਼ਿਆਦਾ ਲੱਗੀ, ਵੀ ਅਸੀਂ ਤੇਰੇ ਲਈ ਕੀ ਹੈਲਪ ਕਰਦੇ ਆ। ਉਲਟਾ ਕਹਿ ਰਹੇ ਹੋ ਤੁਸੀਂ ਆਰਡਰ ਡਿਲੀਵਰ ਕਰ ਦੋਗੇ ਕਿ ਨਹੀਂ ਕਰ ਦੋਗੇ। ਇਹ ਗੱਲ ਸਹੀ ਹੈ ਗਲਤ ਹੈ? ਉਸ ਤੋਂ ਬਾਅਦ ਜੋ ਵੀ TL ਵਗੈਰਾ ਕੋਈ ਸਾਡਾ ਰਿਸਪੌਂਸ ਰਿਸਪੌਂਸ ਨਹੀਂ ਕਰਦਾ। ਅਸੀਂ ਕਿੰਨੀਆਂ ਕਾਲਸ ਕਰਦੇ ਨੇ, ਕਿੰਨੇ ਮੈਸੇਜ ਕਰਦੇ ਨੇ, ਕਦੇ ਕੋਈ ਰਿਸਪੌਂਸ ਰਿਸਪੌਂਸ ਨਹੀਂ ਹੋਇਆ ਉਹਨਾਂ ਦਾ। ਤੇ ਉਸ ਤੋਂ ਬਾਅਦ ਜਦੋਂ ਅਸੀਂ ਆਰਡਰ ਡਿਲੀਵਰ ਕਰਦੇ ਆ
ਉਸ ਤੋਂ ਬਾਅਦ ਸਾਨੂੰ 2-3 ਦਿਨਾਂ ਬਾਅਦ ਹੀ ਪਤਾ ਲੱਗਦਾ ਵੀ ਤੁਹਾਡਾ ਇਹ ਆਰਡਰ ਡਰਨੈਲ 'ਚ ਹੈ। ਇੱਕ ਵਾਰੀ ਮੈਂ ਆਰਡਰ ਡਿਲੀਵਰ ਕੀਤਾ, ਮੈਨੂੰ ਹਫ਼ਤੇ ਬਾਅਦ ਕਾਲ ਆਈ ਉਹਨਾਂ ਦੀ ਕਿ ਸਰ ਫਲਾਣਾ ਸਿੰਘ ਦਾ ਆਰਡਰ ਸੀ ਵੀ ਇਹ ਤੁਸੀਂ ਸਹੀ ਨਹੀਂ ਡਿਲੀਵਰ ਕਰਾ, ਇਸ ਕਰਕੇ ਤੁਹਾਡਾ ਡਿਸਪਿਊਟ ਆ। ਮੈਂ ਕਿਹਾ ਵੀ ਤੁਸੀਂ ਉਦੋਂ ਕਿਉਂ ਨਹੀਂ ਕਿਹਾ? ਹਫ਼ਤੇ ਬਾਅਦ ਤੁਹਾਨੂੰ ਯਾਦ ਆ ਗਿਆ ਵੀ ਉਹਦਾ ਡਿਸਪਿਊਟ ਚੱਲ ਗਿਆ। ਉਦੋਂ ਦਾ ਸੋਲੂਸ਼ਨ ਕਰਦਾ ਨਾ, 24 ਘੰਟੇ ਦੇ ਵਿੱਚ ਅਸੀਂ ਟ੍ਰੇਸ ਕਰਨੀ ਹੁੰਦੀ ਆ। ਹਫ਼ਤੇ ਬਾਅਦ ਬੰਦਾ ਕੀ ਕਰੇਗਾ, ਹੈ ਕਿ ਨਹੀਂ? ਇਸ ਕਰਕੇ ਸਾਡੀ ਕੋਈ ਪਰਸਨਲੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ। ਜਿਹੜਾ ਵੀ ਸਾਨੂੰ ਹੱਕ ਹੈ, ਸਾਨੂੰ ਸਾਡਾ ਮਿਲਣਾ ਚਾਹੀਦਾ। ਅਸੀਂ ਆਪਣਾ ਹੱਕ ਵਾਸਤੇ ਲੜਨਾ ਆਏ ਆ। जोमेटो एकता जिंदाबाद, जोमेटो राइडर यूनियन, जोमेटो राइडर यूनियन, हमारी मांगे। जोमेटो साथियों, हमें बात रखना चाहते हैं कि चाहे बारिश हो, चाहे सर्दी हो, चाहे हर मौसम में हम अपनी खुद की रोटी छोड़ के लोगों के पास ऑर्डर देने जाते हैं, क्योंकि हमें भी पता है उनको ज़रूरत है कि समय पे हम ऑर्डर दें। हम अपने लिए भी तकलीफें सह के भी हम लोग ऑर्डर पहुंचाते हैं। तो हम ये कहना चाहते हैं कि अब 100 रुपये पेट्रोल हो गया है, तो हमने कंपनी से मांग की थी कि हमारा 10 रुपये पेट्रोल जो 5 रुपये ऑर्डर का हमें दे रहे हैं कि 5 किलोमीटर के बाद, हम चाहते हैं कि 10 रुपये हो जाए। तो कंपनी वाले हमें वो बात हमारी मान नहीं रहे हैं। और दूसरी बात, अब कंपनी वालों ने जो रेट बढ़ाया है कुछ परसेंटेज, वो भी एंड में बढ़ाया, उस टारगेट तक हम लोग पहुंच नहीं पाते। तो हम चाहते हैं कि कंपनी हमारा जो 3 टारगेट तक है, वहाँ 3 टारगेट में मतलब माइलस्टोन चार्ज बढ़ाया। हम चाहते हैं कि कम से कम हमारा इस हिसाब से पैसा दे कि 200-300 रुपये एक्स्ट्रा हो जाए, ताकि हमारा जो पेट्रोल का दाम है वो निकल जाए। बस हम यही बातें रखना चाहते हैं साथियों। लेकिन कंपनी हमारी वो मांग ना पूरी करके हमें लॉलीपॉप पकड़ाती है कि हमें एंड में टारगेट देती है कि एंड में हम आपका टारगेट बढ़ा देते हैं, ताकि हम लोग उस टारगेट तक पहुंच भी नहीं पाते हैं। तो हमारी कंपनी से सिर्फ यही अपील है कि जो कंपनी ने एंड में रेट बढ़ाया वो शुरू में कर दे। ਸੇਠੀ ਭਾਜੀ ਤੁਸੀਂ ਆਏ, ਤੁਹਾਡਾ ਧੰਨਵਾਦ ਬਹੁਤ ਬਹੁਤ। ਲੋ ਭਾਜੀ ਇਦਾਂ ਓ ਯਾਰ ਆਰਤੀ ਮੈਂ ਤੁਹਾਡੇ ਦਰਦ ਸਮਝ ਸਕਦਾ ਆ। ਇਹ ਵੈਸੇ ਮੈਂ ਆਪਣੇ ਵੱਲੋਂ ਦੀ ਤੁਹਾਨੂੰ 10,000 ਰੁਪਏ ਦਿੱਤਾ ਵੀ ਜਿਵੇਂ ਕੋਈ ਵਿਚਾਰਾ ਬੰਦਾ ਔਖਾ ਘਰ ਤੋਂ, ਵੀ ਕੋਈ ਕਿਸੇ ਨੂੰ ਪਰੇਸ਼ਾਨੀ ਹੈ। ਹਾਂਜੀ ਉਹ ਉਹਨੂੰ ਛੱਡ, ਐਡਾ ਜਿੰਦਾਬਾਦ ਨਹੀਂ ਹੈਗਾ ਮੈਂ, ਠੀਕ ਹੈ ਨਾ। ਉਹਨਾਂ ਦੀ ਕੋਈ ਨਾ ਕੋਈ ਆਪਣਾ ਸਹਾਇਤਾ ਕਰ ਦਿਓ। ਹਾਂ ਉਹ ਬਾਈ ਮੈਂ ਵੀ ਪਹਿਲਾਂ ਤੁਹਾਡੇ ਵਰਗਾ ਹੀ ਸੀਗਾ। ਮੈਂ ਤਾਂ ਕਹਿੰਦਾ ਮੈਂ ਰੱਬ ਅੱਗੇ ਅਰਦਾਸ ਕਰਦਾ ਵੀ ਪ੍ਰਮਾਤਮਾ ਤੁਹਾਨੂੰ ਆ ਮੋਟਰਸਾਈਕਲਾਂ ਦਾ ਖਹਿੜਾ ਖੂੜਾ ਛੱਡ ਕੇ ਤੁਹਾਨੂੰ ਵੀ ਢਾਬੇ ਢੁੱਬੇ ਬਣਵਾ ਦੇਵੇ, ਤੁਹਾਡੇ ਵੀ ਕੋਈ ਨਾ ਕੋਈ ਹੋਟਲ ਬਣ ਜਾਣ, ਔਰ ਇਹੋ ਜਿਹੀਆਂ ਜਮੈਟੋ ਵਾਲੀਆਂ ਕੰਪਨੀਆਂ ਤੁਹਾਡੀਆਂ ਆਪਣੀਆਂ ਹੀ ਹੋ ਜਾਣ। ਸੋ ਇਸ ਕਰਕੇ ਏਕਾ ਰੱਖੋ, ਕਹਿੰਦਾ ਦਿਨ ਦੁਗਣੀ ਤੇ ਰਾਤ ਚੌਗੁਣੀ ਕਰਦੇ ਰਹੋ ਤਰੱਕੀ, ਰੱਬ ਦਾ ਸ਼ੁਕਰ ਮਨਾ ਕੇ ਖਾਓ 2 ਵੇਲੇ ਦੀ ਪੱਕੀ। ਠੀਕ ਹੈ ਜੀ, ਧੰਨਵਾਦ।